हेलो स्टूडेंट्स, ਅੱਜ ਦਾ ਆਪਣਾ ਟੌਪਿਕ ਹੈਗਾ ਪ੍ਰੋਬਲਮ ਔਨ ਟ੍ਰੇਨਸ। ਪ੍ਰੋਬਲਮ ਔਨ ਟ੍ਰੇਨਸ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਹੈਗਾ ਜੇ ਆਪਾਂ ਪੰਜਾਬ ਦੇ ਐਗਜ਼ਾਮਸ ਨੂੰ ਕੰਸੀਡਰ ਕਰੀਏ। ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਨੇ ਪੰਜਾਬ ਦੇ, ਉਹਦੇ ਵਿੱਚ ਇਸ ਚੈਪਟਰ ਦੇ ਵਿੱਚੋਂ ਡੈਫੀਨੇਟਲੀ ਇੱਕ ਕੁਐਸਚਨ ਤਾਂ ਆਂਦਾ ਹੀ ਆਂਦਾ ਹੈਗਾ, ਸਮਟਾਈਮਸ ਦੋ ਕੁਐਸਚਨ ਵੀ ਆ ਜਾਂਦੇ ਨੇ। ਐਂਡ ਇਹ ਚੈਪਟਰ ਇੰਨਾ ਈਜ਼ੀ ਹੈਗਾ कि ਇਹਦੇ ਵਿੱਚ ਜਸਟ ਤੁਹਾਨੂੰ 3 ਜਾਂ 4 ਸਿਨੈਰੀਓਜ਼ ਕਵਰ ਕਰਨੇ ਹੁੰਦੇ ਆ ਤੇ ਤੁਹਾਡਾ ਇਹ ਚੈਪਟਰ ਕੰਪਲੀਟ ਹੈਗਾ। ਜਸਟ 3 ਜਾਂ 4 ਟੋਟਲ, ਜੇ ਆਪਾਂ ਐਗਜ਼ੈਕਟ ਕਹੀਏ ਤਾਂ 4 ਸਿਨੈਰੀਓਜ਼ ਹੁੰਦੇ ਨੇ। ਉਹ ਇੱਕ ਇੱਕ ਕਰਕੇ ਆਪਾਂ ਸਿਨੈਰੀਓਜ਼ ਦੇਖਾਂਗੇ ਤੇ ਆਪਾਂ ਇਹ ਦੇਖਾਂਗੇ ਕਿ ਕਿਸ ਤਰ੍ਹਾਂ ਦੇ ਕੁਐਸਚਨਸ ਐਗਜ਼ਾਮ ਦੇ ਵਿੱਚ ਆਪਣੇ ਤੋਂ ਪੁੱਛੇ ਜਾਂਦੇ ਨੇ ਤੇ ਆਪਾਂ ਉਹਨਾਂ ਨੂੰ ਕਿਸ ਤਰ੍ਹਾਂ ਅਟੈਂਪਟ ਕਰ ਸਕਦੇ ਹਾਂ। ਸੋ ਇੱਥੇ ਤੁਸੀਂ ਦੇਖ ਰਹੇ ਹੋ ਸਪੀਡ, ਡਿਸਟੈਂਸ ਐਂਡ ਟਾਈਮ। ਟੌਪਿਕ ਦਾ ਨਾਮ ਆਪਣਾ ਹੈਗਾ ਪ੍ਰੋਬਲਮ ਔਨ ਟ੍ਰੇਨਸ, ਬਟ ਉਰੇ ਜਿਹੜਾ ਹੈਗਾ ਤੁਹਾਨੂੰ ਫਿਗਰ ਦੇ ਵਿੱਚ ਸਪੀਡ, ਡਿਸਟੈਂਸ ਤੇ ਟਾਈਮ ਬਣਿਆ ਦਿਖ ਰਿਹਾ ਹੈਗਾ। ਇਹ ਕਿਉਂ ਹੈਗਾ? ਬਹੁਤ ਜ਼ਿਆਦਾ ਰਿਲੇਟਡ ਹੈਗਾ ਇਹ ਸਪੀਡ, ਡਿਸਟੈਂਸ, ਟਾਈਮ ਦੇ ਨਾਲ। ਤੁਸੀਂ ਸਾਡੀ ਸਪੀਡ, ਡਿਸਟੈਂਸ, ਟਾਈਮ ਦੇ ਚੈਪਟਰ ਦੀ ਜਿਹੜੀ ਵੀਡੀਓ ਹੈਗੀ ਆ ਉਹ ਦੇਖ ਸਕਦੇ ਹੋ, ਜੇ ਡਿਟੇਲਡ ਉਹਦੀ ਡਿਸਕ੍ਰਿਪਸ਼ਨ ਲੈਣੀ ਹੈਗੀ ਹੈ। ਬਟ ਇਹਦੇ ਵਿੱਚ ਟ੍ਰੇਨਸ ਵਾਲੇ ਚੈਪਟਰ ਦੇ ਵਿੱਚ ਇਹਦਾ ਕੀ ਕੰਮ ਹੈਗਾ? ਟਾਈਮ ਆਪਾਂ ਨੂੰ ਪਤਾ ਹੈਗਾ ਕਿ ਸੈਕਿੰਡਸ ਦੇ ਵਿੱਚ ਆਪਾਂ ਨੋਰਮਲੀ ਡੀਲ ਕਰਦੇ ਆ, ਸੈਕਿੰਡਸ, ਮਿੰਟਸ ਜਾਂ ਆਵਰਸ ਦੇ ਵਿੱਚ। ਸਪੀਡ ਕਿਲੋਮੀਟਰ ਪਰ ਆਵਰ, ਮੀਟਰ ਪਰ ਸੈਕਿੰਡ ਦੇ ਵਿੱਚ ਆਪਾਂ ਡੀਲ ਕਰਦੇ ਹੈਗੇ ਆ। ਬਟ ਡਿਸਟੈਂਸ ਜਿਹੜਾ ਹੈਗਾ ਇਸ ਚੈਪਟਰ ਦੇ ਵਿੱਚ ਆਪਾਂ ਜਿਹੜੀ ਟ੍ਰੇਨ ਦੀ ਲੈਂਥ ਹੋਏਗੀ, ਆਪਣੀ ਲੈਂਥ ਆਫ ਅ ਟ੍ਰੇਨ, ਉਹਨੂੰ ਆਪਾਂ ਡਿਸਟੈਂਸ ਮੰਨਾਂਗੇ। ਜਾਂ ਜਿਹੜੇ ਬ੍ਰਿਜ ਹੁੰਦੇ ਨੇ ਜਾਂ ਜਿਹੜੇ ਪਲੇਟਫਾਰਮਸ ਹੁੰਦੇ ਨੇ ਉਹਨਾਂ ਨੂੰ ਆਪਾਂ ਲੈਂਥ ਕੰਸੀਡਰ ਕਰਾਂਗੇ, ਡਿਸਟੈਂਸ ਕੰਸੀਡਰ ਕਰਾਂਗੇ। ਫਾਰਮੂਲਾ ਆਪਣਾ ਇਹਦੇ ਵਿੱਚ ਉਹੀ ਚੱਲੇਗਾ ਜਿਹੜਾ ਸਪੀਡ, ਡਿਸਟੈਂਸ ਤੇ ਟਾਈਮ ਦਾ ਇੱਕ ਬੇਸਿਕ ਫਾਰਮੂਲਾ ਹੁੰਦਾ ਹੈਗਾ ਜੀ। ਡਿਸਟੈਂਸ ਇਜ਼ ਇਕੁਅਲ ਟੂ ਸਪੀਡ ਮਲਟੀਪਲਾਈ ਬਾय ਟਾਈਮ। ਦਿਸ ਇਜ਼ ਦਾ ਬੇਸਿਕ ਫਾਰਮੂਲਾ। ਆਪਾਂ ਸਪੀਡ, ਟਾਈਮ, ਡਿਸਟੈਂਸ ਦੇ ਚੈਪਟਰ ਦੇ ਵਿੱਚ ਵੀ ਇਹ ਕਵਰ ਕੀਤਾ ਹੈਗਾ। ਸੋ ਇਹੀ ਫਾਰਮੂਲਾ ਅਲੱਗ-ਅਲੱਗ ਤਰੀਕਿਆਂ ਨਾਲ ਯੂਜ਼ ਹੁੰਦਾ ਹੈਗਾ। अगर स्पीड टाइम दिता है, डिस्टेंस कढना है तो ए लग जाता है। अगर टाइम कढना है, डिस्टेंस स्पीड दी है तो ए लग जाता है, अदरवाइज ए लग जाता है। सिर्फ इको फॉर्मूला है जिहड़ा आपां ने हर सिनेरियो च यूज करना है। जिवें कि आपां फिगर च देखिया सीगा, स्पीड ते टाइम तां अपने अलग-अलग होणगे, बट डिस्टेंस की होएगा? ट्रेन। तां ही इस चैप्टर का नाम है प्रॉब्लम ऑन ट्रेन्स। आपां ट्रेन्स दे बारे डील करना हैगा, जो भी प्रॉब्लम च डील करना है। देन ਆਪਾਂ ਇਸ ਚੈਪਟਰ ਦੇ ਥੋੜੇ ਜਿਹੇ ਬੇਸਿਕਸ ਇੱਕ ਵਾਰੀ ਕਰੀਏ। ਉਹ ਕੀ ਚੀਜ਼ ਹੈਗੀ ਹੈ, ਕਿਹੜੇ ਕਿਹੜੇ ਫਾਰਮੂਲਾਸ ਹੈਗੇ ਨੇ। ਸਭ ਤੋਂ ਪਹਿਲਾ ਫਾਰਮੂਲਾ ਤਾਂ ਆਪਾਂ ਲਿਖ ਚੁੱਕੇ ਹੈਗੇ ਆ, ਸਪੀਡ ਇਨਟੂ ਟਾਈਮ ਇਜ਼ ਇਕੁਅਲ ਟੂ ਡਿਸਟੈਂਸ। ਇਹ ਤਾਂ ਯੂਜ਼ ਹੋਣਾ ਹੀ ਹੋਣਾ ਹੈਗਾ। ਦੈਨ ਇੱਕ ਦੋ ਗੱਲਾਂ ਜਿਹੜੀਆਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਟਾਈਮ ਦੇ ਬਾਰੇ। ਟਾਈਮ ਜਿਹੜਾ ਹੈਗਾ ਆਪਣਾ ਉਹ ਸੈਕਿੰਡਸ ਵੀ ਹੋ ਸਕਦਾ ਹੈ, ਉਹ ਮਿੰਟਸ ਵੀ ਹੋ ਸਕਦਾ ਹੈਗਾ, ਐਂਡ ਉਹ ਆਵਰਸ ਦੇ ਵਿੱਚ ਵੀ ਹੋ ਸਕਦਾ ਹੈਗਾ। ਇਹਨਾਂ ਦੇ ਆਪਸ ਦੇ ਰਿਲੇਸ਼ਨ ਆਪਾਂ ਸਭ ਨੂੰ ਆਲਮੋਸਟ ਇਹ ਪਤਾ ਹੁੰਦੇ ਨੇ। 1 ਘੰਟੇ 'ਚ 60 ਮਿੰਟ, 1 ਮਿੰਟ ਦੇ ਵਿੱਚ 60 ਸੈਕਿੰਡ। ਸੋ ਅਗਰ ਇੱਕ ਦੂਸਰੇ ਦੇ ਵਿੱਚ ਕਨਵਰਟ ਕਰਨਾ ਤਾਂ ਅਕੋਰਡਿੰਗਲੀ ਆਪਾਂ 60 ਨਾਲ ਮਲਟੀਪਲਾਈ ਜਾਂ ਡਿਵਾਈਡ ਕਰ ਸਕਦੇ ਹਾਂ। ਇਹ ਆਪਾਂ ਨੂੰ ਸਭ ਨੂੰ ਆਂਦਾ ਹੈਗਾ। अगर नहीं आंदा तो साडी स्पीड, डिस्टेंस, टाइम की जिहड़ी वीडियो हैगी है ਉਹਨੂੰ ਇੱਕ ਵਾਰੀ ਤੁਸੀਂ ਦੇਖ ਲਓ ਤਾਂ ਤੁਹਾਨੂੰ ਇਹਦੇ ਬੇਸਿਕਸ ਥੋੜੇ ਹੋਰ ਕਲੀਅਰ ਹੋ ਜਾਣਗੇ। ਦੈਨ ਡਿਸਟੈਂਸ ਆਪਾਂ ਨਾਰਮਲੀ ਲੈਂਦੇ ਹੈਗੇ ਆ ਮੀਟਰ ਦੇ ਵਿੱਚ ਔਰ ਕਿਲੋਮੀਟਰ ਦੇ ਵਿੱਚ। ਸੋ 1 ਕਿਲੋਮੀਟਰ ਇਜ਼ ਇਕੁਅਲ ਟੂ 1000 ਮੀਟਰਸ। ਇਹ ਆਪਣਾ ਰਿਲੇਸ਼ਨ ਹੁੰਦਾ ਹੈਗਾ ਕਿਲੋਮੀਟਰਸ ਐਂਡ ਮੀਟਰ ਦਾ। ਦੈਨ ਹੁਣ ਆਪਾਂ ਗੱਲ ਕਰੀਏ ਸਪੀਡ ਦੀ। ਸਭ ਤੋਂ ਇੰਪੋਰਟੈਂਟ ਜਿਹੜੀ ਇਹਦੇ ਵਿੱਚ ਕੁਆਂਟੀਟੀ ਹੁੰਦੀ ਹੈ ਜਿਹਨੂੰ ਆਪਾਂ ਨੇ ਇਵੈਲੂਏਟ ਕਰਨਾ ਹੁੰਦਾ ਹੈਗਾ ਜੀ, ਉਹ ਹੈਗੀ ਹੈ ਸਪੀਡ। ਸੋ ਸਪੀਡ ਦੀ ਜਿਹੜੀ ਯੂਨਿਟ ਯੂਜ਼ ਕੀਤੀ ਜਾਂਦੀ ਹੈਗੀ ਹੈ ਕਿਲੋਮੀਟਰ ਪਰ ਆਵਰ ਔਰ ਮੀਟਰ ਪਰ ਸੈਕਿੰਡ। ਇਹ ਡਿਪੈਂਡ ਕਰਦਾ ਹੈਗਾ ਕਿ ਤੁਹਾਨੂੰ ਕੁਐਸਚਨ ਦੇ ਵਿੱਚ ਕੀ ਪੁੱਛਿਆ ਹੋਇਆ ਹੈਗਾ, ਉਸ ਦੇ ਅਕੋਰਡਿੰਗਲੀ ਆਪਾਂ ਨੇ ਕਿਲੋਮੀਟਰ ਪਰ ਆਵਰ और मीटर पर सेकंड ਦੇ ਵਿੱਚ ਯੂਜ਼ ਕਰਨਾ ਹੁੰਦਾ ਹੈਗਾ। ਹੁਣ ਬਾਕੀ ਦੋਨੋਂ ਕੁਆਂਟੀਟੀਜ਼ ਨੂੰ ਆਪਾਂ ਨੇ ਤਾਂ ਦੇਖ ਲਿਆ ਕਿ ਕਿਵੇਂ ਕਨਵਰਟ ਕਰਨਾ ਹੈ। ਮੀਟਰ, ਮਿੰਟ, सेकंड, आवर,
ਤੇ ਮੀਟਰ ਕਿਲੋਮੀਟਰ ਨੂੰ। ਬਟ ਇਹਨਾਂ ਨੂੰ ਆਪਸ ਕਨਵਰਟ ਕਿਵੇਂ ਕਰਨਾ ਹੈ, ਮਤਲਬ ਅਗਰ ਤੁਹਾਨੂੰ 18 ਕਿਲੋਮੀਟਰ ਪਰ ਆਵਰ ਦਿੱਤਾ ਹੋਇਆ ਹੈਗਾ ਤੇ ਇਹਨੂੰ ਆਪਾਂ ਨੇ ਮੀਟਰ ਪਰ ਸੈਕਿੰਡ ਬਣਾਉਣਾ ਹੈ ਤਾਂ ਕੀ ਕਰਨਾ ਹੈਗਾ। ਸੋ ਜਸਟ ਮਲਟੀਪਲਾਈ ਇਟ ਬਾय 5/18। ਇਹ फैक्टर याद रखना है जी ਆਪਾਂ ਨੇ। अगर किलोमीटर तो मीटर पर सेकंड से जाना है तो मल्टीप्लाई बाय 5/18। अगर मीटर पर सेकंड ਤੁਹਾਨੂੰ ਦਿੱਤਾ ਹੋਇਆ ਹੈਗਾ ਐਂਡ ਆਪਾਂ ਨੇ ਕਿਲੋਮੀਟਰ ਪਰ ਆਵਰ ਦੇ ਵਿੱਚ ਜਾਣਾ ਹੈਗਾ, ਸੋ ਮਲਟੀਪਲਾਈ ਇਟ ਬਾय 18/5। ਸੋ ਜੋ ਆਪਣਾ ਰਿਜ਼ਲਟ ਆਏਗਾ ਉਹ ਕਿਲੋਮੀਟਰ ਪਰ ਆਵਰ ਹੋਏਗਾ, ਇਹਦੇ ਵਿੱਚ ਉਹ ਮੀਟਰ ਪਰ ਸੈਕਿੰਡ ਹੋਏਗਾ। ਸੋ ਇਹਦੇ ਲਈ ਜਸਟ ਤੁਸੀਂ ਦੋ ਚੀਜ਼ਾਂ ਯਾਦ ਰੱਖਣੀਆਂ ਹੈਗੀਆਂ। ਰਿਮੈਂਬਰ ਦਿਸ ਥਿੰਗ, किलोमीटर पर आवर तो उधर जाते हुए 5/18 ਨਾਲ ਮਲਟੀਪਲਾਈ ਕਰਨਾ ਹੈ, ਮੀਟਰ ਪਰ ਸੈਕਿੰਡ ਤੋਂ ਕਿਲੋਮੀਟਰ ਪਰ ਆਵਰ ਦੇ ਵਿੱਚ ਜਾਂਦੇ ਹੋਏ ਕਿਲੋਮੀਟਰ 18/5 ਦੇ ਨਾਲ ਕਰਨਾ ਹੈ। ਓਕੇ, ਸੋ ਇਹ ਥੋੜੇ ਜਿਹੇ ਆਪਣੇ ਬੇਸਿਕਸ ਸੀਗੇ ਇਸ ਚੈਪਟਰ ਨੂੰ ਸਟਾਰਟ ਕਰਨ ਤੋਂ ਪਹਿਲਾਂ। ਇਹ ਜਿਹੜਾ 5/18 ਹੈ ਉਹਦੀ ਪੂਰੀ ਐਕਸਪਲੇਨੇਸ਼ਨ ਵੀ ਦਿੱਤੀ ਹੋਈ ਹੈ, ਤੁਸੀਂ ਆਰਾਮ ਨਾਲ ਰੋਕ ਕੇ ਵੀਡੀਓ ਨੂੰ ਇਹਨੂੰ ਦੇਖ ਸਕਦੇ ਹੋ ਵੀ ਇਹਦੇ ਵਿੱਚ ਮੀਟਰ ਨੂੰ ਕਿਲੋਮੀਟਰ ਨੂੰ ਮੀਟਰ ਚੇਂਜ ਕਰਕੇ ਐਂਡ ਆਰ ਨੂੰ ਸੈਕਿੰਡ ਚ ਚੇਂਜ ਕਰਕੇ ਕਿੱਦਾਂ ਆਪਾਂ 5/18 ਦੇ ਜਿਹੜਾ ਫੈਕਟਰ ਹੈਗਾ ਉਹਦੇ ਤੇ ਪਹੁੰਚਦੇ ਹਾਂ। ਠੀਕ, ਆਪਾਂ ਨੂੰ ਥਿਊਰੀ ਦਾ ਪੇਪਰ ਨਹੀਂ ਹੈ, ਇਸ ਲਈ ਇਹਦੀ ਐਕਸਪਲੇਨੇਸ਼ਨ ਦੀ ਬਹੁਤੀ ਆਪਾਂ ਨੂੰ ਜ਼ਰੂਰਤ ਨਹੀਂ ਹੈ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਜੀ ਆਪਣੇ ਸਿਨੈਰੀਓਜ਼, ਜਿਹੜੇ ਮੈਂ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਕਹੇ ਸੀਗੇ ਕਿ ਆਪਣੇ ਜਿਹੜੇ ਸਿਨੈਰੀਓਜ਼ ਨੇ ਉਹ 4 ਜਾਂ 5 ਸਿਨੈਰੀਓਜ਼ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਨੇ ਕਵਰ ਕਰਨਾ ਹੈ ਇਸ ਚੈਪਟਰ ਦੇ ਵਿੱਚ। ਔਰ ਅਗਰ ਉਹ ਚੰਗੀ ਤਰ੍ਹਾਂ ਤੁਸੀਂ ਕਵਰ ਕਰ ਲਏ ਦੈਨ ਤੁਹਾਨੂੰ ਇਸ ਚੈਪਟਰ 'ਚ ਕੋਈ ਪ੍ਰੋਬਲਮ ਨਹੀਂ ਹੈ। ਸੋ ਸਟਾਰਟਿੰਗ ਫਰਮ ਦਾ ਫਰਸਟ ਪੁਆਇੰਟ ਔਰ ਫਰਸਟ ਸਿਨੈਰੀਓ ਕੀ ਹੈਗਾ ਕਿ ਆਪਣਾ ਆਬਜੈਕਟ ਸਟੇਸ਼ਨਰੀ ਹੈ, ਸਟੇਸ਼ਨਰੀ ਮਤਲਬ ਰੁਕਿਆ ਹੋਇਆ ਹੈਗਾ, ਐਂਡ ਇਜ਼ ਆਫ ਨੈਗਲੀਜੀਬਲ ਲੈਂਥ। ਨੈਗਲੀਜੀਬਲ ਮਤਲਬ ਕਿ ਉਹਦੀ ਲੈਂਥ ਹੈ ਨਹੀਂ, ਉਹਦੀ ਲੰਬਾਈ ਨਹੀਂ ਹੈ। ਹੁਣ ਇਹਦੇ ਵਿੱਚ ਆਪਾਂ ਲੰਬਾਈ ਇਸ ਤਰ੍ਹਾਂ ਉੱਪਰ ਨੂੰ ਨਹੀਂ ਲਵਾਂਗੇ, ਹੌਰੀਜ਼ੌਂਟਲੀ ਲਵਾਂਗੇ। ਜੇ ਇੱਕ ਖੰਭਾ ਇਦਾਂ ਖੜਾ ਹੈਗਾ ਤਾਂ ਉਹਦੀ ਲੰਬਾਈ ਤਾਂ ਹੁੰਦੀ ਹੈ, ਬਟ ਆਪਾਂ ਨੇ ਇਸ ਤਰ੍ਹਾਂ ਦੀ ਲੰਬਾਈ ਲੈਣੀ ਹੈ, ਇਦਾਂ ਦੀ, ਹੌਰੀਜ਼ੌਂਟਲ ਨਾਟ ਵਰਟੀਕਲ। ਸੋ ਹੌਰੀਜ਼ੌਂਟਲ ਉਹਦੀ ਲੰਬਾਈ ਇਗਨੋਰ ਕੀਤੀ ਜਾ ਸਕਦੀ ਹੈ, ਨੈਗਲੀਜੀਬਲ ਹੁੰਦੀ ਹੈਗੀ ਹੈ। ਇਹ ਸਾਰਾ ਕਿਸ ਕੇਸ 'ਚ ਹੈਗਾ? ਇਹ ਸਾਰਾ ਹੈਗਾ ਟ੍ਰੇਨ ਦੇ ਕੇਸ ਦੇ ਵਿੱਚ। ਜਦੋਂ ਇੱਕ ਟ੍ਰੇਨ ਜਾ ਰਹੀ ਹੈ, ਇੱਕ ਟ੍ਰੇਨ ਇੱਥੋਂ ਜਾ ਰਹੀ ਹੈ ਔਰ ਉਹਦੇ ਨਾਲ ਇੱਕ ਇਸ ਤਰ੍ਹਾਂ ਦਾ ਆਬਜੈਕਟ ਹੈਗਾ ਜਿਹੜਾ ਕਿ ਸਟੇਸ਼ਨਰੀ ਹੈਗਾ ਐਂਡ ਉਹਦੀ ਲੈਂਥ ਨਹੀਂ ਹੈ, ਨਾ ਹੀ ਉਹਦੀ ਲੰਬਾਈ ਹੈਗੀ ਹੈ ਤੇ ਨਾ ਹੀ ਉਹ ਚੱਲ ਰਿਹਾ ਹੈ, ਉਹ ਇੱਕ ਜਗ੍ਹਾ ਰੁਕਿਆ ਹੋਇਆ ਹੈ। ਫॉर एग्जांपल ट्रेन ਇੱਕ ਖੰਭੇ ਨੂੰ ਪਾਰ ਕਰਦੀ ਹੈ, ਜਾਂ ਟ੍ਰੇਨ ਇੱਕ ਲੈਂਪ ਪੋਸਟ ਨੂੰ ਪਾਰ ਕਰਦੀ ਹੈ, ਜਾਂ ਕੋਈ ਬੰਦਾ ਖੜਾ ਹੋਇਆ ਹੈਗਾ ਇੱਕ ਜਗ੍ਹਾ ਤੇ ਉਹਨੂੰ ਪਾਰ ਕਰਦੀ ਹੈ। ਸੋ ਇਹ ਆਪਣਾ ਪਹਿਲਾ ਸਿਨੈਰੀਓ ਬਣਦਾ ਹੈਗਾ ਕਿ ਟ੍ਰੇਨ ਚੱਲ ਰਹੀ ਹੈ ਬਟ ਦੂਸਰਾ ਜਿਹੜਾ ਆਬਜੈਕਟ ਹੈਗਾ ਉਹ ਇੱਕ ਜਗ੍ਹਾ ਦੇ ਉੱਤੇ ਸਟੇਸ਼ਨਰੀ ਹੈਗਾ, ਖੜਾ ਹੋਇਆ ਹੈਗਾ, ਉਹ ਨਹੀਂ ਚੱਲ ਰਿਹਾ ਹੈਗਾ। ਐਂਡ ਨਾਲ ਦੂਸਰੀ ਕੰਡੀਸ਼ਨ ਵੀ ਜ਼ਰੂਰੀ ਹੈ ਕਿ ਉਸ ਆਬਜੈਕਟ ਦੀ ਲੈਂਥ ਵੀ ਨਹੀਂ ਹੈ, ਜਿਵੇਂ ਕਿ ਇੱਕ ਖੰਭਾ ਹੋ ਗਿਆ ਜਾਂ ਇੱਕ ਲੈਂਪ ਪੋਸਟ ਹੋ ਗਿਆ ਜਾਂ ਇੱਕ ਬੰਦਾ ਹੋ ਗਿਆ, ਉਹਦੀ ਆਪਾਂ ਇਸ ਤਰ੍ਹਾਂ ਹੌਰੀਜ਼ੌਂਟਲ ਲੰਬਾਈ ਨੈਗਲੀਜੀਬਲ ਮੰਨਦੇ ਐਸ ਕੰਪੇਅਰ ਟੂ ट्रेन। सो इस केस ਦੇ ਵਿੱਚ ਆਪਣਾ ਫਾਰਮੂਲਾ ਕੀ ਹੋ ਜਾਏਗਾ? ਜਿਵੇਂ ਮੈਂ ਕਹਾਂ ਟਾਈਮ ਇਜ਼ ਇਕੁਅਲ ਟੂ ਡਿਸਟੈਂਸ ਅਪਨ ਸਪੀਡ, ਇਹ ਆਪਣਾ ਬੇਸਿਕ ਫਾਰਮੂਲਾ ਹੈਗਾ। ਸੋ ਮੈਂ ਤੁਹਾਨੂੰ ਦੱਸਿਆ ਸੀ ਕਿ ਡਿਸਟੈਂਸ ਟ੍ਰੇਨ ਦੀ ਲੈਂਥ ਹੋਏਗੀ, ਸੋ ਲੈਂਥ ਆਫ ਦੀ ਟ੍ਰੇਨ ਡਿਸਟੈਂਸ ਦੀ ਜਗ੍ਹਾ ਤੇ ਆ ਜਾਏਗੀ ਤੇ ਸਪੀਡ ਆਫ ਦੀ ਟ੍ਰੇਨ ਜੋ ਉਹਦੀ ਸਪੀਡ ਹੋਏਗੀ, ਮੀਟਰ ਪਰ ਸੈਕਿੰਡ ਦਿੱਤੀ ਹੈ ਜਾਂ ਕਿਲੋਮੀਟਰ ਪਰ ਆਵਰ ਦਿੱਤੀ ਹੈ ਉਹ ਬਾਅਦ ਦੀ ਗੱਲ ਹੈ, ਬਟ ਇਹ ਜਸਟ ਫਾਰਮੂਲਾ ਲਗਾ ਕੇ ਆਪਾਂ ਨੂੰ ਜੋ ਵੈਲਿਊ ਪੁੱਛੀ ਹੋਈ ਹੈ ਆਪਾਂ ਕੱਢ ਸਕਦੇ ਹੈਗੇ। ਠੀਕ ਹੈ ਜੀ। ਸੈਕਿੰਡ ਸਿਨੈਰੀਓ ਕੀ ਹੈਗਾ ਕਿ ਟ੍ਰੇਨ ਚੱਲ ਰਹੀ ਹੈ ਐਂਡ ਆਬਜੈਕਟ ਇਜ਼ ਸਟੇਸ਼ਨਰੀ। ਜਿਹੜੇ ਆਬਜੈਕਟ ਨੂੰ ਉਹ ਪਾਰ ਕਰ ਰਹੀ ਹੈ, ਕ੍ਰਾਸ ਕਰ ਰਹੀ ਹੈ, ਉਹ ਸਟੇਸ਼ਨਰੀ ਹੈ, ਉਹ ਇੱਕ ਜਗ੍ਹਾ ਤੇ ਰੁਕਿਆ ਹੋਇਆ ਹੈਗਾ, ਲੇਕਿਨ ਉਹਦੀ ਕੁਝ ਲੈਂਥ ਹੈਗੀ ਹੈ। ਹੁਣ ਇਸ ਕੇਸ ਦੇ ਵਿੱਚ ਲੈਂਥ ਨੈਗਲੀਜੀਬਲ ਨਹੀਂ ਹੈਗੀ ਹੈ, ਉਹਦੀ ਲੰਬਾਈ ਨੈਗਲੀਜੀਬਲ ਨਹੀਂ ਹੈ। ਆਪਾਂ ਸਾਰੇ ਅੰਦਾਜ਼ਾ ਲਾ ਸਕਦੇ ਹਾਂ, ਪਲੇਟਫਾਰਮ, ਬ੍ਰਿਜ, ਟਨਲ, ਜੋ ਟ੍ਰੇਨ ਚੱਲਦੀ ਹੈ, ਕੋਈ ਸਟੇਸ਼ਨ ਆਇਆ ਹੈਗਾ, ਸਟੇਸ਼ਨ ਦੀ ਲੈਂਥ ਤਾਂ ਹੁੰਦੀ ਹੈਗੀ ਹੈ। ਕਿਸੇ ਬ੍ਰਿਜ ਨੂੰ ਪਾਰ ਕੀਤਾ ਹੈਗਾ ਟ੍ਰੇਨ ਨੇ, ਉਹਦੀ ਵੀ ਲੈਂਥ ਹੁੰਦੀ ਹੈਗੀ ਹੈ ਜੀ। ਕੋਈ ਹੋਰ ਟ੍ਰੇਨ ਖੜੀ ਹੈ, ਹੁਣ ਟ੍ਰੇਨ ਦੂਸਰੀ ਰੁਕੀ ਹੋਈ ਹੈ, ਸਟੇਸ਼ਨਰੀ ਟ੍ਰੇਨ ਹੈਗੀ ਹੈ, ਉਹਨੂੰ ਪਾਰ ਕੀਤਾ ਹੈਗਾ ਆਪਣੀ ਚੱਲਦੀ ਹੋਈ ਟ੍ਰੇਨ ਨੇ,
ਸੋ ਉਸ ਕੇਸ ਦੇ ਵਿੱਚ ਵੀ ਸੈਕਿੰਡ ਸਿਨੈਰੀਓ ਬਣ ਜਾਂਦਾ ਹੈਗਾ। ਹੁਣ ਇਸ ਸਿਨੈਰੀਓ ਦੇ ਵਿੱਚ ਕੀ ਹੋਏਗਾ, ਸੇਮ ਫਾਰਮੂਲਾ ਤਾਂ ਉਹੀ ਹੈ, ਟਾਈਮ ਇਜ਼ ਇਕੁਅਲ ਟੂ डिस्टेंस बाय स्पीड, बट इस केस डिस्टेंस दो आ गए, एक ਤਾਂ ट्रेन ਦੀ ਲੈਂਥ ਹੋਗੀ ਤੇ ਦੂਸਰੀ ਉਸ ਆਬਜੈਕਟ ਦੀ ਲੈਂਥ ਹੋਗੀ ਜਿਹਨੂੰ ਟ੍ਰੇਨ ਪਾਰ ਕਰ ਰਹੀ ਹੈ। ਸੋ ਲੈਂਥ ਆਫ ਟ੍ਰੇਨ ਪਲਸ ਲੈਂਥ ਆਫ ਆਬਜੈਕਟ डिवाइडेड बाय स्पीड ऑफ ट्रेन। ਇਹ ਆਪਣਾ ਫਾਰਮੂਲਾ ਬਣ ਜਾਏਗਾ ਜੀ डिस्टेंस अपॉन स्पीड ਦਾ। ट्रेन ਦੀ ਜਿਹੜੀ ਲੈਂਥ ਹੋਏਗੀ ਉਹ ਹਮੇਸ਼ਾ ਐਡ ਹੋਏਗੀ ਦੂਸਰੇ ਆਬਜੈਕਟ ਦੀ ਲੈਂਥ ਦੇ ਵਿੱਚ, ਕਦੇ ਵੀ ਲੈਂਥ ਸਬਟ੍ਰੈਕਟ ਨਹੀਂ ਹੋਏਗੀ। ਅੱਗੇ ਜਾ ਕੇ ਆਪਾਂ ਸਪੀਡ ਦਾ ਕਨਸੈਪਟ ਦੇਖਾਂਗੇ, ਉਹਦੇ ਵਿੱਚ ਜਿਹੜੀ ਹੈਗੀ ਹੈ ਸਪੀਡ ਸਬਟ੍ਰੈਕਟ ਵੀ ਹੋ ਸਕਦੀ ਹੈ, ਐਡ ਵੀ ਹੋ ਸਕਦੀ ਹੈ, ਬਟ ਟਿਲ ਨਾਓ ਆਪਾਂ ਇਹ ਕਨਸੈਪਟ ਕੀਤਾ ਹੈਗਾ ਤਾਂ ਇਹਦੇ ਵਿੱਚ ਹਮੇਸ਼ਾ ਟ੍ਰੇਨ ਦੀ ਲੈਂਥ ਐਡ ਹੋਏਗੀ, ਚਾਹੇ ਉਹ ਦੂਸਰੀ ਟ੍ਰੇਨ ਹੈ, ਚਾਹੇ ਉਹ ਦੂਸਰਾ ਬ੍ਰਿਜ ਹੈ, ਚਾਹੇ ਉਹ ਦੂਸਰਾ ਪਲੇਟਫਾਰਮ ਹੈ। ਠੀਕ ਹੈ ਜੀ, ਇਹ ਦੋ ਸਿਨੈਰੀਓ ਆਪਣੇ ਕਵਰ ਹੁੰਦੇ ਆ ਇੱਥੇ ਤੱਕ। ਤਾਂ ਆਪਾਂ ਇੱਕ क्वेश्चन देखते हैं जी ਇਹਦਾ। A train 280 meter long running with a speed of 63 km hour will pass a tree। ਹੁਣ ਇਹਦੇ ਵਿੱਚ ਜੇ ਮੈਂ ਧਿਆਨ ਨਾਲ ਦੇਖਾਂ ਤਾਂ ਇਹ ਫਰਸਟ ਸਿਨੈਰੀਓ ਬਣਦਾ ਹੈਗਾ। ਫਰਸਟ ਸਿਨੈਰੀਓ ਕਿੱਦਾਂ ਬਣਦਾ ਹੈਗਾ ਕਿ ਇੱਕ ਸਿੰਪਲ ਟਰੀ ਹੈ, ਉਹਨੂੰ ਟ੍ਰੇਨ ਕ੍ਰਾਸ ਕਰ ਰਹੀ ਹੈ। ਟਰੀ ਦੀ ਜਿਹੜੀ ਇਸ ਤਰ੍ਹਾਂ ਲੈਂਥ ਹੈਗੀ ਹੈ, ਹੌਰੀਜ਼ੌਂਟਲ ਲੈਂਥ ਨੈਗਲੀਜੀਬਲ ਹੁੰਦੀ ਹੈ। ਸੋ ਇਹ ਫਰਸਟ ਕੇਸ ਆਪਣਾ ਬਣ ਜਾਂਦਾ ਹੈ। ਇਹਦੇ ਵਿੱਚ ਅਗਰ ਮੈਂ ਫਾਰਮੂਲਾ ਲਗਾਵਾਂ तो फॉर्मूला मेरा की बनता है टाइम इज इक्वल टू डिस्टेंस अपॉन स्पीड। नाउ टाइम फाइंड आउट करना है, डिस्टेंस अपन को कितना दिता हुआ है 280 मीटर्स ट्रेन दी लेंथ ओके है। स्पीड कितनी दिती हुई है, अपन को स्पीड दिती हुई है 63 किलोमीटर पर आवर। हुन ओनू मैं उरे नहीं लिख सकता, क्यों नहीं लिख सकता, क्योंकि मेरी जेडी डिस्टेंस हैगा वो मीटर दे विच हैगा। ਹੁਣ डिस्टेंस मीटर ਦੇ ਵਿੱਚ ਹੈਗਾ ਤਾਂ ਸਪੀਡ ਜਿਹੜੀ ਹੈਗੀ ਆ ਉਹ ਵੀ ਮੀਟਰ ਪਰ ਸੈਕਿੰਡ ਚ ਹੋਣੀ ਚਾਹੀਦੀ ਹੈ। ਸੋ ਕਨਵਰਟ 63 ਕਿਲੋਮੀਟਰ ਪਰ ਆਵਰ। ਹੁਣ ਆਪਾਂ ਜਿਹੜਾ ਉਹ ਪਿੱਛੇ ਸਲਾਈਡ ਹੀ ਕੀਤੀ ਸੀਗੀ, ਜਦੋਂ ਕਿਲੋਮੀਟਰ ਪਰ ਆਵਰ ਤੋਂ ਮੀਟਰ ਪਰ ਸੈਕਿੰਡ ਚ ਜਾਣਾ ਹੋਏ ਸੋ ਮਲਟੀਪਲਾਈ ਇਟ ਬਾय 5/18। ਸੋ ਇਹ ਕਿੰਨਾ ਆ ਜਾਏਗਾ 9 2 18 9 7 63। ਸੋ 35/2 ਮੀਟਰ ਪਰ ਸੈਕਿੰਡ। ਸੋ ਮੈਂ ਕੀ ਕਰਾਂਗਾ 35/2 ਨਾਲ ਇਹਨੂੰ ਡਿਵਾਈਡ ਕਰ ਦਾਂਗਾ। ਸੋ ਜਦੋਂ ਮੈਂ ਇਹਨੂੰ ਸੋਲਵ ਕਰਾਂਗਾ ਮੇਰੇ ਕੋਲ ਕਿੰਨਾ ਆ ਜਾਏਗਾ 280 upon 35 multiplied by 2 7 into 5 7 into 4 5 into 8 8 to the 16 seconds ਮੇਰਾ। ਸੋ ਆਈ ਹੋਪ ਪਹਿਲਾ ਵਾਲਾ ਜਿਹੜਾ ਆਪਣਾ ਸਿਨੈਰੀਓ ਹੈਗਾ ਉਹ ਬਿਲਕੁਲ ਕਲੀਅਰ ਹੈ। ਇਹਦੇ ਵਿੱਚ ਸਿਰਫ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਆਪਾਂ ਨੇ कि अपन ने यूनिट सेम रखनी हैगी है। अगर ये मीटर च है तो ये भी मीटर पर सेकंड होना चाहिए, अगर ये किलोमीटर दे विच है तो ये भी किलोमीटर पर आवर होना चाहिए। दोनों दी यूनिट अपन सेम रखनी है। ठीक है जी, लेट्स सी ये केड़ी एग्जांपल हैगी है। ये हैगी है अपनी सेकंड सिनेरियो दी एग्जांपल। हुण इस एग्जांपल दे विच की हैगा, इस एग्जांपल ਦੇ ਵਿੱਚ ਹੈਗਾ ਕਿ ਜੋ ਆਪਣਾ ਬ੍ਰਿਜ ਹੈਗਾ ਉਸ ਨੂੰ ਇੱਕ ਟ੍ਰੇਨ ਕ੍ਰਾਸ ਕਰਦੀ ਹੈਗੀ ਹੈ ਜਿਸ ਦੀ ਲੈਂਥ 130 ਮੀਟਰਸ ਹੈ। ਟ੍ਰੇਨ ਦੀ ਲੈਂਥ 130 ਮੀਟਰਸ ਹੈ, ਬ੍ਰਿਜ ਦੀ ਲੈਂਥ ਨਹੀਂ ਦਿੱਤੀ ਹੋਈ ਆਪਾਂ ਨੂੰ। ਓਕੇ, ਟਰੈਵਲਿੰਗ ਐਟ 45 ਕਿਲੋਮੀਟਰ ਪਰ ਆਵਰ ਟ੍ਰੇਨ ਦੀ ਸਪੀਡ ਦਿੱਤੀ ਹੋਈ ਹੈਗੀ ਹੈ ਐਂਡ ਇਟ ਕ੍ਰਾਸਸ ਇਨ 30 ਸੈਕਿੰਡਸ। ਸੋ ਆਪਾਂ ਨੂੰ ਫਾਰਮੂਲਾ ਆਪਣਾ ਕੀ ਹੁੰਦਾ ਹੈਗਾ ਟਾਈਮ ਇਜ਼ ਇਕੁਅਲ ਟੂ length of the train plus length of the bridge upon speed of train। ਹੁਣ ਇਸ ਕੁਐਸਚਨ ਦੇ ਵਿੱਚ ਟਾਈਮ ਦਿੱਤਾ ਹੋਇਆ ਹੈ, ਆਪਾਂ ਇਹਦੇ 30 ਸੈਕਿੰਡ ਪੁੱਟ ਕਰ ਸਕਦੇ ਹਾਂ। ਲੈਂਥ ਆਫ ਦੀ ਟ੍ਰੇਨ ਦਿੱਤੀ ਹੋਈ ਹੈ, ਯੈਸ, ਸੋ ਆਪਾਂ ਪੁੱਟ ਕਰ ਸਕਦੇ ਹਾਂ। ਲੈਂਥ ਆਫ ਦੀ ਬ੍ਰਿਜ ਦਿੱਤੀ ਹੋਈ ਹੈਗੀ ਹੈ ਆਪਾਂ ਨੂੰ, ਨੋ, ਆਪਾਂ ਫਾਈਂਡ ਕਰਨੀ ਹੈਗੀ ਹੈ। ਨੀਚੇ ਸਪੀਡ ਦਿੱਤੀ ਹੋਈ ਹੈ, ਦਿੱਤੀ ਤਾਂ ਹੋਈ ਹੈ बट ਉਹਦੇ ਵਿੱਚ ਉਹੀ ਪ੍ਰੋਬਲਮ ਹੈਗੀ ਆਪਣੀ ਕਿ ਇਹ ਕਿਲੋਮੀਟਰ ਪਰ ਆਵਰ ਦੇ ਵਿੱਚ ਹੈ ਬਟ ਆਪਣੇ ਸਾਰਾ ਕੁਝ ਮੀਟਰ ਤੇ ਸੈਕਿੰਡ ਦੇ ਵਿੱਚ ਚੱਲ ਰਿਹਾ ਹੈ। ਸੋ ਆਪਾਂ ਨੂੰ ਇਹਨੂੰ 5/18 ਦੇ ਨਾਲ ਮਲਟੀਪਲਾਈ ਕਰਨਾ ਪਏਗਾ। 9 to the 18 9 5 the 45 ਸੋ 25/2 मीटर पर सेकंड। सो मैं पूरे लगा रहा। ਹੁਣ ਇਹਨੂੰ ਸੋਲਵ ਕਰੋ, ਇਹਨੂੰ ਇੱਧਰ ਲੈ ਕੇ ਜਾਓ। ਆਈ ਹੋਪ
ਇਹ ਸਾਰੀ ਜਿਹੜੀ ਬੇਸਿਕ ਕੈਲਕੂਲੇਸ਼ਨਸ ਨੇ ਇਹ ਸਭ ਨੂੰ ਆਂਦੀਆਂ ਨੇ। ਅਗਰ ਇਹਦੇ ਵਿੱਚ ਵੀ ਕੋਈ ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਸਾਡੀ ਬੇਸਿਕ ਮੈਥਸ ਦੀ ਵੀਡੀਓ ਦੇਖ ਸਕਦੇ ਹੋ। ਉਹਦੇ ਵਿੱਚ ਬਿਲਕੁਲ ਬੇਸਿਕ ਲੈਵਲ ਤੋਂ ਜ਼ੀਰੋ ਲੈਵਲ ਤੋਂ ਆਪਾਂ ਨੇ ਐਕਸਪਲੇਨ ਕੀਤਾ ਹੋਇਆ ਹੈਗਾ ਕਿ ਪਲੱਸ ਮਾਈਨਸ ਮਲਟੀਪਲਾਈ ਕਿਵੇਂ ਕਰਨਾ ਹੈ, ਇਕੁਏਸ਼ਨਸ ਨੂੰ ਕਿਵੇਂ ਸੋਲਵ ਕਰਨਾ ਹੈਗਾ। ਸੋ ਕਿਸੇ ਨੂੰ ਅਗਰ ਇਹਦੇ ਵਿੱਚ ਵੀ ਪ੍ਰੋਬਲਮ ਹੈ ਤਾਂ ਉਹ ਈਜ਼ੀਲੀ ਆਪਣੀ ਪ੍ਰੋਬਲਮ ਨੂੰ ਦੂਰ ਕਰ ਸਕਦਾ ਹੈ ਸਟੂਡੈਂਟ ਸਾਡੀ ਬੇਸਿਕ ਮੈਥਸ ਦੀ ਵੀਡੀਓਜ਼ ਨੂੰ ਦੇਖ ਕੇ। ਸੋ ਇੱਥੇ ਆਪਣੇ ਕੋਲ ਕਿੰਨਾ ਆ ਜਾਏਗਾ 25 into 15 ਜੇ ਆਪਾਂ ਕਰਦੇ ਹੈਗੇ ਆ ਦੈਨ 130 ਨੂੰ ਇਧਰ ਲਿਆ ਕੇ ਆਪਾਂ ਮਾਈਨਸ ਕਰਾਂਗੇ ਤਾਂ ਆਪਣੇ ਕੋਲ ਆ ਜਾਏਗਾ 325 minus 130 ਇੰਨਾ ਹੀ ਆਂਦਾ ਜੀ। ਦੇਖੋ ਜੀ नो ਇਹ ਆਪਣਾ 25 into 15 ਜਿਹੜਾ ਹੈਗਾ ਇਹ ਆਪਣਾ ਆਂਦਾ ਹੈਗਾ 375 minus 30 is 245 राइट। सो अपना थर्ड ऑप्शन इज द आंसर। सो ਆਪਾਂ ਨੇ ਦੇਖਿਆ ਕਿ ਆਪਣੇ ਜਿਹੜੇ ਦੋ ਸਿਨੈਰੀਓਜ਼ ਨੇ ਉਹ ਦੋ ਸਿਨੈਰੀਓਜ਼ ਦੇ ਆਪਾਂ ਐਗਜ਼ਾਮਪਲਸ ਕੀਤੀਆਂ। ਸੋ ਆਪਣੇ ਦੋ ਸਿਨੈਰੀਓਜ਼ ਇੱਥੇ ਕਵਰ ਹੋ ਜਾਂਦੇ ਨੇ। पहला सिनेरियो सीगा कि ट्रेन चल रही है, दूसरा ऑब्जेक्ट स्टेशनरी है ते ओदी लेंथ भी नहीं है। दूसरा सिनेरियो हैगा ट्रेन चल रही है, दूसरा ऑब्जेक्ट स्टेशनरी है बट ओदी लेंथ हैगी है। हुण आपां इस तो अगे मूव होवांगे। ओदे विच मूव होण तो पहला एक छोटा जिहा कंसेप्ट आंदा हैगा जिहनूं आपां रिलेटिव स्पीड दा कहने हैगे आ। ਉਹ कंसेप्ट करांगे। ਉਹ कंसेप्ट तो बाद आपां थर्ड ਤੇ फोर्थ सिनेरियो ਨੂੰ ਕਵਰ ਕਰਾਂਗੇ। ਸੋ ਉਹਦੇ ਲਈ ਤੁਸੀਂ ਸਾਡੀ ਸੈਕਿੰਡ ਵੀਡੀਓ ਕੰਟੀਨਿਊ ਕਰ ਸਕਦੇ ਹੋ। ਪਾਰਟ 2 ਜਿਹੜਾ ਹੈਗਾ ਟ੍ਰੇਨਸ ਦਾ ਪ੍ਰੋਬਲਮ ਔਨ ਟ੍ਰੇਨਸ ਦਾ ਉਹਨੂੰ ਤੁਸੀਂ ਦੇਖ ਸਕਦੇ ਹੋ। ਥੈਂਕ ਯੂ ਵੈਰੀ ਮਚ।